करांगे। धन श्री गुरु ग्रंथ साहिब जी, धन श्री गुरु ग्रंथ साहिब जी, गुरु घर दे प्रबंधक वीर सारे आ जाओ जी, सन्मुख संगतां भी थोड़ा थोड़ा लागे आ जाओ। महाराज ने ना कुछ आपां गल्लां करनियां ने, जिद्दां बच्चे पिता नाल गल्लां करदे ना उदां आपां गल करनी है, क्योंकि अज आपां एक रिश्ता होर परपक्क कर रहे हैं। हूँ पूत तेरा तू बाप मेरा, चाहे असी धी दे रूप चाहे पुत्र के रूप असी सारे ही गुरु साहब के बच्चे हाँ। सो सादे सादे लफ्ज़ों एक छोटी जी अरदास करनी है। धन धन साहिब श्री गुरु ग्रंथ साहिब जी, धन धन साहिब श्री गुरु ग्रंथ साहिब जी, पातशाह असी तुहाडे बच्चे हाँ, पातशाह असी तुहाडे बच्चे हाँ। साडे कोलों पिछले समय विच आप जी दी पहल सेवा नहीं हो सकी, जिस करके आप जी नूं बड़ा कष्ट भोगना पिया। पातशाह असी शर्मिंदे हाँ, सानू माफ़ कर दिओ पातशाह, सानू माफ़ कर दिओ। गुरु की संगत चाहे गलती किसी दी भी है, दिलों माफ़ी मंग लईए। पातशाह कृपा करन दोबारा इदां दी गल ना होए। सो हुण बिल्कुल दोनों हाथ जोड़ के ਉਂਗਲਾਂ ਦੇ ਨਾਲ ਉਂਗਲਾਂ ਤੇ ਅੰਗੂਠਿਆਂ ਦੇ ਨਾਲ ਅੰਗੂਠਾ ਜੋੜ ਕੇ ਬੇਨਤੀ ਕਰਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ। ਸੇਵਾ ਮੰਗਣੀ ਹੈ ਸੰਗਤ ਜੀ, ਸੇਵਾ ਦਾਤ ਹੈ, ਇੱਕ ਬੜੀ ਵੱਡੀ ਦਾਤ ਹੈ। ਜਿਹਨੂੰ ਸੇਵਾ ਮਿਲ ਜਾਂਦੀ ਹੈ ਉਹਨੂੰ ਦਰਗਾਹ ਦਾ ਉਹ ਜਗ੍ਹਾ ਮਿਲ ਜਾਂਦੀ ਹੈ। ਆਓ ਬੇਨਤੀ ਕਰੀਏ। ਪਾਤਸ਼ਾਹ ਅਸੀਂ ਆਪ ਜੀ ਦੀ ਪਹਿਲ ਸੇਵਾ ਕਰਨਾ ਚਾਹੁੰਦੇ ਹਾਂ। आप जी कृपा करो, साडी झोली सेवा पा दिओ जी। पातशाह असीं आप जी दा दरबार कदी भी सुनना नहीं छड्डांगे, कदी भी सुनना नहीं छड्डांगे। पातशाह कृपा करो, सानू सेवा बख्श दिओ, सानू अठे पहर टहल सेवा बख्श दिओ। मेहर कर दिओ पातशाह, मेहर करो, सेवा बख्शो जी। से गुरु की संगत आप बचन किया सतगुरां नाल सेवा मंगी है, सतगुरु सेवा बख्शदे पे ने। ये श्री साहब ते सिमरने दे रूप विच गुरु के प्रबंधकों नूं भाई लखविंदर सिंह जी, डॉक्टर परमिंदर सिंह जी, अमरीक सिंह जी, डॉक्टर साहब साडे नाल आनंदपुर साहब तो आए ने। सो सेवा भेंट की जा रही है श्री साहब ते सिमरना जकारियां दी गूंज दे विच। बोले सो निहाल, बोले सोनिहाल, बोले सोनिहाल, बोले सोनिहाल। भैणों वालों भी जकारे जी, भैणों वालों बुलाओ जकारा जी। सत श्री अकाल। वाहिगुरु जी का खालसा, वाहिगुरु जी की फतेह। सो साजो गुरु की संगत अपने अपने स्थानों पर नमस्कार करके सतगुरां नूं
ਸਾਨੂੰ ਸੇਵਾ ਬਖਸ਼ੀ ਹੈ ਸਤਿਗੁਰਾਂ ਨੇ। ਹੁਣ ਮੈਂ ਬੇਨਤੀ ਕਰਦਾ ਭਾਈ ਲਖਵਿੰਦਰ ਸਿੰਘ ਜੀ ਨੂੰ, ਕਿਉਂਕਿ ਇਹਨਾਂ ਦਾ ਤਜਰਬਾ ਹੈ ਸੇਵਾ ਕਿੱਦਾਂ ਕਰਨੀ ਹੈ, ਇਹ ਸੇਵਾ ਕਰਦੇ ਪਏ ਨੇ। ਸਤਿਗੁਰੂ ਜੀ ਦੀ ਹਾਜ਼ਰ ਨਾਜ਼ਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀਓ, ਇਹ ਜੋ ਟਹਿਲ ਸੇਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਹੋਈ ਹੈ, ਇਸ ਦਾ ਅੱਜ 61ਵਾਂ ਸਮਾਗਮ ਆਪ ਜੀ ਦੇ ਨਗਰ ਵਿੱਚ ਕੀਤਾ ਗਿਆ ਹੈ। ਇਹ ਟਹਿਲ ਸੇਵਾ ਦਾ ਅਸਲੀ ਮਨੋਰਥ ਇਹੀ ਹੈ ਭਾਈ, ਇਹ ਬੜੇ ਭਾਗਾਂ ਨਾਲ ਸਾਨੂੰ ਸੇਵਾ ਮਿਲਦੀ ਹੈ ਸਤਿਗੁਰੂ ਦੇ ਚਰਨਾਂ 'ਚ ਆ ਕੇ ਸੇਵਾ ਕਰਨ ਦੀ। ਅੰਮ੍ਰਿਤ ਵੇਲੇ ਠੀਕ 6 ਵਜੇ ਨਿਤਨੇਮ ਜੀ ਦੇ ਅਰਦਾਸਾਂ ਬੇਨਤੀਆਂ ਹੋ ਕੇ ਭੋਗ ਪੈ ਜਾਂਦੇ ਹਨ। ਉਸ ਅਰਦਾਸ ਬੇਨਤੀ ਦੇ ਵਿੱਚ ਜਿਨ੍ਹਾਂ ਅਮੀਰਾਂ ਮਹਿਤਾਵਾਂ ਭੈਣਾਂ ਮਾਈਆਂ ਨੇ ਸੇਵਾ ਕਰਨੀ ਹੋਵੇ, ਉਹ ਠੀਕ 6 ਵਜੇ ਆਪਣੇ ਗੁਰੂ ਘਰ ਵਿੱਚ ਆ ਕੇ ਜੋ ਸਤਿਗੁਰੂ ਮਹਾਰਾਜ ਦੀ ਅਪਾਰ ਕਿਰਪਾ ਨਾਲ ਸ਼੍ਰੀ ਸਾਹਿਬ ਆਪ ਜੀ ਦੇ ਨਗਰ ਨੂੰ ਪ੍ਰਾਪਤ ਹੋਈ ਹੈ ਅਤੇ ਸਿਮਰਨ ਪ੍ਰਾਪਤ ਹੋਇਆ ਹੈ, ਉਹ ਆਪਾ ਜੀ ਨੇ ਮਹਾਰਾਜ ਦੀ ਟਹਿਲ ਸੇਵਾ ਵਿੱਚ ਐਨ ਪੂਰੇ ਤਿਆਰ ਬਰ ਤਿਆਰ ਹੋ ਕੇ ਜਾਂ ਆਪਾਂ ਸਿਮਰਨ ਕਰ ਸਕਦੇ ਹਨ, ਜਾਂ ਮਹਾਰਾਜ ਜੀ ਨੂੰ ਜੋੜ ਸਾਹਿਬ ਕਰ ਸਕਦੇ ਹਨ, ਜਾਂ ਇਸ ਦਰਬਾਰ ਦੀਆਂ ਦਰੀਆਂ ਸਾਫ ਸਫਾਈ ਦਾ ਕੰਮ ਹੈ ਉਹ ਕਰ ਸਕਦੇ ਹਨ। ਇਹ ਬਹੁਤ ਹੀ ਸੁਚੱਜੇ ਢੰਗ ਨਾਲ ਇਹ ਸੇਵਾ ਮਿਲੀ ਹੈ ਸਤਿਗੁਰੂ ਦੀ ਗੋਦ 'ਚ ਬੈਠਣ ਦੀ। ਆਪਾਂ ਨੇ ਤਰਤੀਬਵਾਰ ਜੋ ਆਪਾਂ ਨੂੰ ਚਾਰਟ ਦਿੱਤਾ ਹੈ ਡਿਊਟੀਆਂ ਦਾ, ਉਹ ਤਰਤੀਬਵਾਰ ਉਹ ਡਿਊਟੀਆਂ ਲਾ ਕੇ ਮਹਾਰਾਜ ਦੀ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ। ਬਹੁਤ ਹੀ ਵੱਡੇ ਉਪਰਾਲੇ ਨਾਲ ਇਹ ਸੇਵਾ ਸ਼ੁਰੂ ਹੋਈ ਹੈ ਭਾਈ। ਆਪਾਂ ਨੇ ਸਭ ਨੇ ਰਲ ਮਿਲ ਕੇ ਗੁਰੂ ਦਾ ਦਰਬਾਰ ਸੁਣਨਾ ਨਹੀਂ ਛੱਡਣਾ, ਸੁਣਨਾ ਨਹੀਂ ਛੱਡਣਾ, ਸੁਣਨਾ ਨਹੀਂ ਛੱਡਣਾ। ਜਦ ਆਪਾਂ ਮਹਾਰਾਜ ਦਾ ਦਰਬਾਰ ਸਿੱਧਾ ਛੱਡਦੇ ਹਨ ਤਾਂ ਹੀ ਸਾਡੇ ਪਰ ਇਹ ਜੋ ਦੁੱਖ ਸੰਤਾਪ ਹੈ ਇਹ ਸਾਨੂੰ ਭੋਗਣਾ ਪੈਂਦਾ ਹੈ ਭਾਈ। ਬਹੁਤ ਹੀ ਵਧੀਆ ਢੰਗ ਨਾਲ ਤੁਸੀਂ ਦਰਬਾਰ ਬਣਾਇਆ ਹੈ, ਮਹਾਰਾਜ ਦੀ ਸੇਵਾ ਕਰਦੇ ਹਨ। ਤਹਿ ਦਿਲੋਂ ਧੰਨਵਾਦ ਹੈ ਇਸ ਨਗਰ ਦੇ ਪ੍ਰਬੰਧਕਾਂ ਦਾ, ਮਾਤਾਵਾਂ ਦਾ, ਭੈਣਾਵਾਂ ਦਾ, ਬੀਬੀਆਂ ਦਾ, ਬੱਚਿਆਂ ਦਾ। ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਤਰਤੀਬ ਪਾਈ ਭਾਈ ਇਹ ਸੇਵਾ ਲੈ ਕੇ ਇਹ ਸੇਵਾ ਸ਼ੁਰੂ ਕਰ ਦੇਣੀ ਹੈ। ਅੱਜ ਤੋਂ ਹੀ ਆਪਣੀਆਂ ਡਿਊਟੀਆਂ ਲਗਾ ਕੇ ਸੇਵਾ ਕਰਿਓ ਭਾਈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨਾਂ ਭਾਗਾਂ ਦੇ ਭਾਈ ਇਹ ਜਿਹੜਾ ਆਪਾਂ ਸਤਸੰਗ ਕਰਦੇ ਆ ਇਹ ਨਹੀਂ ਮਿਲਦਾ। ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਅੱਠੋ ਪਹਿਰ ਟਹਿਲ ਸੇਵਾ ਲਹਿਰ ਸ਼ੁਰੂ ਕਰਨੀ ਹੈ। ਰਲ ਮਿਲ ਕੇ ਸੇਵਾ ਕਰ ਸਕੀਏ। ਪ੍ਰਬੰਧਕਾਂ ਦਾ, ਮਾਤਾਵਾਂ ਦਾ, ਭੈਣਾਂ ਦਾ, ਬੀਬੀਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਾ। ਇਹ ਜੋ ਸਮਾਗਮ ਹੋਇਆ ਹੈ, ਮੇਰੇ ਬੜੇ ਪਿਆਰੇ ਦੋਸਤ ਹੈ, ਮੈਂ ਇੱਕ ਬੇਨਤੀ ਕੀਤੀ ਉਹਨਾਂ ਨੂੰ ਕਿ ਭਾਜੀ ਤੁਸੀਂ, ਮੈਨੂੰ ਉਹਨਾਂ ਦਾ ਛੋਟਾ ਨਾਮ ਪਤਾ ਹੈ, ਅਸੀਂ ਸ਼ੰਮੀ ਭਾਜੀ ਕਹਿੰਦੇ ਉਹਨਾਂ ਨੂੰ। ਮੇਰਾ ਬੜਾ ਪਿਆਰ ਹੈ ਇਹਨਾਂ ਨਾਲ, ਪਰਿਵਾਰਕ ਰਿਲੇਸ਼ਨ ਹੈ। ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਭਾਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ, ਆਪਾਂ ਠੱਲ ਪਾਉਣ ਵਾਸਤੇ ਸਮਾਗਮ ਕਰ ਰਹੇ ਆ। ਸੋ ਸਾਧ ਸੰਗਤ ਜੀ, ਇਹਨਾਂ ਨੇ ਕੁਝ ਨਹੀਂ ਕਿਹਾ, ਮੈਨੂੰ ਇੱਕੋ ਹੀ ਗੱਲ ਕਹੀ, ਕਹਿੰਦੇ ਭਾਜੀ ਮੈਂ ਹੁਣੇ ਹੀ ਚੱਲ ਜਾਣਾ, ਕਹਿੰਦੇ ਮੈਂ ਜਾ ਕੇ ਗੁਰਦੁਆਰਾ ਸਾਹਿਬ ਪ੍ਰਧਾਨ ਜੀ ਨਾਲ ਗੱਲ ਕਰਕੇ ਇਸ ਕੰਮ ਨੂੰ ਮੈਂ ਸਭ ਤੋਂ ਅੱਗੇ ਹੋ ਕੇ ਚੱਲਾਂਗਾ। ਬੋਲੇ ਸੋ ਨਿਹਾਲ। ਸੋ ਜਿਹਦੇ ਅੰਦਰ ਸਾਧ ਸੰਗਤ ਜੀ ਦਰਦ ਹੈ, ਉਹ ਚਾਹੇ ਕਿਸੇ ਵੀ ਧਰਮ ਦਾ ਹੈ, ਚਾਹੇ ਕੋਈ ਵੀ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਵਾਸਤੇ ਉਹ ਤਤਪਰ ਹੈ, ਉਹ ਅੱਗੇ ਹੈ ਸਾਧ ਸੰਗਤ ਜੀ। ਸੋ ਜਿਨ੍ਹਾਂ ਵੀ ਵੀਰਾਂ ਨੇ ਸੇਵਾ ਲੈਣੀ ਹੈ, ਜਿਨ੍ਹਾਂ ਨੇ ਵੀ ਸੇਵਾ ਲੈਣੀ ਹੈ, ਮੈਂ ਤਾਂ ਇਹ ਕਹਾਂਗਾ ਕਿ ਜਿੰਨੇ ਆਪਾਂ ਬੈਠੇ ਸਾਰੇ ਸੇਵਾ ਲੈ ਲਈਏ। ਅਸੀਂ ਇੱਕ ਅਜੋਲੀ ਮੋੜ ਪਿੰਡ ਹੈ, ਉੱਥੇ ਸਮਾਗਮ ਕੀਤਾ ਭਾਈ ਸਾਹਿਬ ਜੀ ਨੇ। ਸਾਧ ਸੰਗਤ ਜੀ, ਜਿੱਡਾ ਵੱਡਾ ਆਪਣਾ ਇਹ ਹਾਲ ਹੈ, ਐਡਾ ਵੱਡਾ ਸੰਗਤ ਨਾਲ ਪੂਰਾ ਭਰਿਆ ਹੋਇਆ ਸੀ, ਖਚਾ ਖਚ।
ਔਰ ਜਿੰਨੇ ਸੰਗਤਾਂ ਸੀਗੀਆਂ ਸਾਰੀਆਂ ਨੇ ਸਾਧ ਸੰਗਤ ਜੀ ਨੱਠ ਨੱਠ ਕੇ ਆ ਕੇ ਸੇਵਾ ਲਈ। ਕਰਨੀ ਤਾਂ ਆਪਾਂ ਗੁਰੂ ਦੀ ਸੇਵਾ ਹੈ ਸਾਧ ਸੰਗਤ ਜੀ। ਸੋ ਜਿਨ੍ਹਾਂ ਨੇ ਵੀਰਾਂ ਨੇ ਵੀ ਸੇਵਾ ਲੈਣੀ ਹੈ ਉਹ ਭਾਈ ਸਾਹਿਬ ਜੀ ਬੇਨਤੀ ਕਰਨਗੇ। ਸੋ ਸੰਗਤ ਜੀ, ਜਿਵੇਂ ਮੈਂ ਪਹਿਲਾਂ ਵੀ ਥੋੜੀ ਗੱਲ ਸਾਂਝੀ ਕੀਤੀ ਸੀ, ਇਹ ਜਿਹੜੇ ਝੰਡੇ ਤਿਆਰ ਕੀਤੇ, ਨਿਸ਼ਾਨ ਤਿਆਰ ਕੀਤੇ ਨੇ, ਇਹਨਾਂ 'ਤੇ ਵੀ ਉਹੀ ਸੁਨੇਹਾ ਹੈ ਜਿਹੜਾ ਤੁਸੀਂ ਪਿੱਛੇ ਦੇਖਦੇ ਪਏ ਹੋ। ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਸਾਰਾ ਸੰਸਾਰ ਚਾਹੁੰਦਾ। ਆ ਵੇਖੋ ਸਾਡੇ ਵੀਰ ਜੀ, ਸ਼ਮੀ ਵੀਰ ਜੀ ਉਰੀ ਆਏ ਨੇ। ਮੈਂ ਸਮਝਦਾ ਮੈਂ ਇੱਕ ਸਤਿਕਾਰ ਵਜੋਂ ਸਭ ਤੋਂ ਪਹਿਲਾ ਝੰਡਾ ਉਹਨਾਂ ਨੂੰ ਦੇਣਾ ਚਾਹਾਂਗੇ। ਉਹਨਾਂ ਦੇ ਉਦਮ ਦੇ ਨਾਲ ਵੇਖੋ, ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਇਹ ਝੰਡਾ ਅਸੀਂ ਆਪਣੇ ਵੀਰ ਨੂੰ ਦੇਣਾ ਚਾਹਾਂਗੇ। ਇਹ ਸਜਾਉਣ ਆਪਣੇ ਸਥਾਨਾਂ 'ਤੇ, ਆਪਣੇ ਘਰ ਲਾਉਣ, ਆਪਣੀ ਗੱਡੀ 'ਤੇ ਲਾਉਣ। ਅਤੇ ਸੰਦੇਸ਼ਾ ਕੀ ਦੇਣਾ? ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਬੋਲੋ ਜਰਾ ਉੱਚੀ ਸਾਰੀ, ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਅਤੇ ਆਓ ਹੁਣ ਜਿਨ੍ਹਾਂ ਜਿਨ੍ਹਾਂ ਨੇ ਅਕਾਲ ਆ ਜਾਓ ਗੁਰਮੁਖੋ। ਹੋਰ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਖੱਟਣੀ ਆ, ਮੈਂ ਸਮਝਦਾ ਸੇਵਾ ਲੁੱਟੀ ਜਾਂਦੀ ਹੈ, ਖੱਟੀ ਨਹੀਂ ਜਾਂਦੀ। ਖੱਟੀਆਂ ਤਾਂ ਬੜੀਆਂ ਛੋਟੀਆਂ ਪੈ ਜਾਂਦੀਆਂ ਜਦੋਂ ਸੇਵਾ ਮਿਲ ਜਾਂਦੀ ਹੈ ਨਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਾਈ ਹੈ। ਬੋਲੇ ਸੋ ਨਿਹਾਲ। ਆ ਜਾਓ ਗੁਰਮੁਖੋ, ਆਓ ਜੀ ਭਾਈ ਸਾਹਿਬ, ਪਹਿਲਾਂ ਤੁਸੀਂ। ਬੋਲੇ ਸੋ ਨਿਹਾਲ। ਆ ਜਾਓ ਗੁਰਮੁਖੋ, ਆ ਜਾਓ ਭੈਣਾ, ਆ ਜਾਓ ਭੈਣਾ। ਬੋਲੇ ਸੋ ਨਿਹਾਲ। ਅਸੀਂ ਇੱਕ ਨਗਰ ਗਏ, ਮੈਨੂੰ ਹੁਣ ਨਾਮ ਵਿਸਰ ਗਿਆ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਅਸੀਂ ਭੱਲੜੀ ਪਿੰਡ ਗਏ, ਉੱਥੇ ਭੈਣਾਂ ਨੇ ਸਾਰੀ ਸੇਵਾ ਪਹਿਲਾਂ ਲੁੱਟ ਲਈ। ਉਦੋਂ ਅਸੀਂ ਸਰੋਪਾ ਭੇਟ ਕਰਦੇ ਸੀ, ਸਾਡੇ ਕੋਲ ਸਰੋਪਾ ਜਿਹੜੇ ਸੀ ਉਹ ਵਾਧੇ ਪੈ ਗਏ। ਬੋਲੇ ਸੋ ਨਿਹਾਲ। ਆ ਜਾਓ ਗੁਰਮੁਖ ਪਿਆਰਿਓ। ਬੋਲੇ ਸੋ ਨਿਹਾਲ। ਆ ਜਾਓ ਭੈਣਾਂ, ਆ ਜਾਓ। ਸਤਿਗੁਰੂ ਬਖਸ਼ਿਸ਼ ਕਰੇ। ਮਾਈਆਂ ਰੱਬ ਰਜਾਈਆਂ, ਮਾਈਆਂ ਨੂੰ ਬਹੁਤ ਵੱਡਾ ਦਰਜਾ ਹੈ। ਧਰਮ ਘਰਾਂ ਦੇ ਵਿੱਚ ਮਾਈਆਂ ਦੇ ਸਿਰ 'ਤੇ ਖਲੋਤਾ ਹੁੰਦਾ। ਬੋਲੇ ਸੋ ਨਿਹਾਲ। ਮੈਂ ਤਾਂ ਚਾਹੁੰਦਾ ਕੋਈ ਵੀ ਵਾਂਝਾ ਨਾ ਰਹਿ ਜੇ, ਸਾਰੇ ਹੀ ਸੇਵਾ ਲੁੱਟ ਲਓ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰ ਦੀ ਸੇਵਾ। ਬੋਲੇ ਸੋ ਨਿਹਾਲ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਦੇ ਝੰਡੇ ਨੇ। ਸਾਡੇ ਘਰਾਂ 'ਚ ਧਰਮ ਆ ਜਾਏ, ਗੁਰੂ ਕਲਗੀਧਰ ਪਾਤਸ਼ਾਹ ਮਿਹਰ ਕਰਨ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਸੇਵਾ ਮਿਲਦੀ ਪਈ ਹੈ। ਸਤਿਗੁਰੂ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਬਖਸ਼ਣ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਇਹਦੇ ਨਾਲ ਆਪਾਂ ਵੇਖੋ ਅਸੀਂ ਕਿਹੜੀ ਮੁਹਿੰਮ 'ਚ ਸ਼ਾਮਲ ਹੋ ਗਏ। ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਸ ਟੀਮ 'ਚ ਸ਼ਾਮਲ ਹੋ ਗਏ ਹਾਂ ਜਿਹੜੀ ਟੀਮ ਨੇ ਹੋਕਾ ਦੇਣਾ, ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਬੋਲੇ ਸੋ ਨਿਹਾਲ। ਬਿਲਕੁਲ ਇਹ ਮੱਥੇ ਤੇ ਲਾਉਣ ਵਾਲੀ ਚੀਜ਼ ਆ ਸੰਗਤ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵੇਖੋ ਚੌਰ ਸਾਹਿਬ ਕਰਦੇ ਹੋਏ। ਬੋਲੇ ਸੋ ਨਿਹਾਲ। ਵਾਹਿਗੁਰੂ। ਆ ਜਾਓ ਭੈਣਾਂ, ਆ ਜਾਓ। ਬੋਲੇ
ਸੋ ਨਿਹਾਲ। ਸੋ ਸਤਿਗੁਰ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ। ਸੇਵਾ ਦਾ ਚਾਅ, ਜਿਨ੍ਹਾਂ ਨੂੰ ਚਾਅ ਆ ਜਾਂਦਾ ਨਾ ਸੇਵਾ ਕਰਨ ਦਾ, ਉਹ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਨੇ। ਫਿਰ ਬੋਲੇ ਸੋ ਨਿਹਾਲ। ਪੱਟੀ ਨਗਰ ਸੰਗਤ ਜੀ ਗਏ, 7 ਘਰ ਨੇ ਪਿੰਡ ਦੇ ਵਿੱਚ, 7 ਘਰਾਂ ਨੇ ਬੜਾ ਸੁੰਦਰ ਗੁਰੂ ਘਰ ਉਸਾਰਿਆ ਤੇ ਸਾਰਿਆਂ ਨੇ ਸੇਵਾ ਲੈ ਲਈ। ਬੋਲੇ ਸੋ ਨਿਹਾਲ। ਇੱਕ ਜੁਗਤੀ ਤੁਹਾਨੂੰ ਹੋਰ ਦੱਸ ਕੇ ਜਾਵਾਂਗਾ ਜਾਂਦਾ ਜਾਂਦਾ, ਜਿਹੜੀ ਪੱਟੀ ਨਗਰ, ਕਿਉਂਕਿ ਘਰ ਥੋੜੇ ਸੀਗੇ, ਉਹਨਾਂ ਨੂੰ ਅਸੀਂ ਇੱਕ ਹੋਰ ਜੁਗਤੀ ਦੱਸ ਦਿੱਤੀ ਕਿੱਦਾਂ ਸੇਵਾ ਕਰ ਸਕਦੇ ਹਾਂ। ਬੋਲੇ ਸੋ ਨਿਹਾਲ। ਸੇਵਾ ਬੜੀ ਸੌਖੀ ਆ ਕਰਨੀ। ਤੁਸੀਂ ਐਸਾ ਆਨੰਦ ਮਾਣਨਾ ਤੇ ਤੁਸੀਂ ਖੁਦ ਦੱਸੋਗੇ, ਅਗਲੀ ਵਾਰੀ ਅਸੀਂ ਆਏ ਤੇ ਤੁਸੀਂ ਬੋਲਣਾ ਵੀ ਭਾਈ ਸਾਹਿਬ ਸੇਵਾ ਦਾ ਆਨੰਦ ਹੀ ਵੱਖਰਾ। ਬੋਲੇ ਸੋ ਨਿਹਾਲ। ਆ ਜਾਓ ਭੈਣ ਜੀ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਆ ਜਾਓ ਭੈਣ ਜੀ। ਬੋਲੇ ਸੋ ਨਿਹਾਲ। ਆ ਜਾਓ ਵਾਹਿਗੁਰੂ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਆ ਜਾਓ ਭੈਣਾ, ਆ ਜਾਓ, ਕੋਈ ਰਹਿ ਨਾ ਜਾਇਓ। ਅੱਜ ਇਹ ਮਹਾਰਾਜ ਬਖਸ਼ਿਸ਼ ਕਰਨ ਦੇ, ਸਾਡੇ ਘਰਾਂ 'ਚ ਧਰਮ ਆ ਜੇ, ਬੁਰਾਈਆਂ ਦੂਰ ਹੋ ਜਾਣ। ਬੋਲੇ ਸੋ ਨਿਹਾਲ। ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਜਦੋਂ ਰੱਬ ਦੀ ਮਿਹਰ ਆ ਜਾਂਦੀ ਹੈ ਨਾ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਜਦੋਂ ਕਰਤਾ ਘਰੇ ਆ ਜਾਂਦਾ, ਫਿਰ ਭਗਤ ਜਿਹੜਾ ਨਾ ਲਲਕਾਰੇ ਮਾਰਦਾ, ਉਹ ਦੁੱਖੋ ਕਲੇਸ਼ੋ ਭੱਜ ਜਾਓ ਮੇਰਾ ਗੁਰੂ ਆ ਗਿਆ। ਜਦੋਂ ਸਾਡੇ ਘਰਾਂ 'ਚ ਗੁਰੂ ਦੀ ਮਿਹਰ ਆ ਜਾਏਗੀ ਨਾ, ਤੇ ਫਿਰ ਅਸੀਂ ਕਹਿ ਸਕਦੇ ਹਾਂ ਭੱਜ ਜਾਓ ਹੁਣ ਮੇਰਾ ਗੁਰੂ ਆ ਗਿਆ, ਜੇ ਤੁਸੀਂ ਬਖਸ਼ੇ ਨਹੀਂ ਜੇ ਜਾਣਾ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਆ ਜਾਓ ਭੈਣ, ਆ ਜਾਓ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਆ ਜਾਓ ਮਾਤਾ ਜੀ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੋ ਗੁਰੂ ਕੀ ਸੰਗਤ ਬੜੀਆਂ ਸਾਰੀਆਂ। ਆਓ ਆਓ ਭਾਈ ਸਾਹਿਬ ਜੀ। ਬੋਲੇ ਸੋ ਨਿਹਾਲ। ਆ ਥੋੜ੍ਹੇ ਜਿਹੇ ਸਮਾਂ ਹੀ ਹੋਇਆ ਸਾਨੂੰ ਇਹ ਝੰਡੇ ਜਦੋਂ ਅਸੀਂ ਵੰਡਣੇ ਸ਼ੁਰੂ ਕੀਤੇ ਹੈ। ਅਸੀਂ 10 ਤਰੀਕ ਜਿਹੜੀ ਆ ਪਿਛਲੇ ਲੰਘ ਕੇ ਗਈ ਹੈ, ਇੱਕ ਯਾਤਰਾ ਲੈ ਕੇ ਗਏ ਸੀ ਗੁਰੂ ਕੀ ਸੰਗਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਸਤੇ। ਹੋ ਸਕਦਾ ਤੁਹਾਡੇ ਇਲਾਕੇ 'ਚੋਂ ਵੀ ਸੰਗਤ ਗਈ ਹੋਵੇ। ਬਿਲਕੁਲ ਫ੍ਰੀ ਸਾਰੀ ਯਾਤਰਾ ਸੀ। 70 ਬੱਸਾਂ ਗਈਆਂ ਸੀ, ਕਰੀਬ 3500 ਸੰਗਤ ਗਈ ਸੀ ਇਸ ਇਲਾਕੇ 'ਚੋਂ। ਬੜਾ ਆਨੰਦ ਵਰਤਿਆ। ਉਦੋਂ ਅਸੀਂ ਇਹ ਝੰਡੇ ਤਿਆਰ ਕਰਵਾਏ ਸੀ ਤੇ ਫਿਰ ਸਾਡੇ ਮਨ 'ਚ ਆਈ ਵੀ ਉਦੋਂ ਸੰਗਤਾਂ ਨੂੰ ਝੰਡੇ ਦਿੱਤੇ ਸੀ ਉੱਥੇ ਚੇਤਨਾ ਮਾਰਚ ਵਾਸਤੇ। ਤੇ ਫਿਰ ਸਾਡੇ ਮਨਾਂ 'ਚ ਆਇਆ ਕਿਉਂਕਿ ਇਹ ਚੇਤਨਾ ਪੱਕੀ ਜਗਾ ਦਈਏ, ਘਰ ਘਰ ਹੀ ਝੰਡੇ ਪਹੁੰਚਾ ਦਈਏ। ਤੇ ਅਜੇ ਥੋੜ੍ਹੇ ਦਿਨ ਹੀ ਹੋਏ ਨੇ ਜਦੋਂ ਅਸੀਂ ਬੰਦਲੈੜੀ, ਮੈਨੂੰ ਪਿੰਡਾਂ ਦੇ ਥੋੜ੍ਹੇ ਨਾਂ ਘੱਟ ਪਤਾ ਲੱਗਦੇ ਨੇ, ਉੱਥੇ ਜਦੋਂ ਅਸੀਂ ਗਏ ਨਾ ਤੇ ਸਾਡੇ ਨਾਲ ਸਰਦਾਰ ਕਰਨੈਲ ਸਿੰਘ ਹੁੰਦੇ ਨੇ। ਉਹ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 2 ਨੰਗਲ, ਨਇਆ ਨੰਗਲ 'ਚ ਉੱਥੋਂ ਦੇ ਸਕੱਤਰ ਵੀ ਨੇ ਤੇ ਉੱਥੋਂ ਦੀ ਤਾਲਮੇਲ ਜਿਹੜੀ ਕਮੇਟੀ ਬਣੀ ਆ ਸਾਰੇ ਸ਼ਹਿਰ ਦੀ, ਉਹਦੇ 'ਚ ਵੀ ਅਹਿਮ ਭੂਮਿਕਾ ਵਾ। ਉਹ ਇਹ ਝੰਡਾ ਘਰੇ ਲੈ ਗਏ। ਆ ਜਿਹੜਾ ਕਾ ਬੱਚਾ ਹੁਣੇ ਉੱਠ ਕੇ ਆਇਆ ਨਾ, 3 ਸਾਲ ਦਾ ਉਹਨਾਂ ਦਾ ਪੋਤਰਾ ਤੇ 3 ਸਾਲ ਦਾ ਪੋਤਰਾ, ਉਹਨੂੰ ਜਾ ਕੇ ਜਦੋਂ ਘਰੇ ਗਏ ਤੇ ਉਹਨਾਂ ਨੇ ਝੰਡਾ ਫੜਿਆ ਸੀਗਾ ਤੇ ਉਹ ਕਹਿੰਦਾ ਦਾਦੂ ਇਹ ਕੀ ਲੈ ਕੇ ਆਏ ਹੋ? ਉਹ ਕਹਿੰਦੇ ਮਹਾਰਾਜ ਦਾ ਝੰਡਾ ਹੈ, ਨਿਸ਼ਾਨ ਹੈ ਮਹਾਰਾਜ ਦਾ। ਕਹਿੰਦੇ ਇਹ ਕੀ ਹੈ, ਇਹਦੇ ਤੇ ਕੀ ਲਿਖਿਆ ਹੈ? ਉਹ ਕਹਿੰਦੇ ਇਹਦੇ ਤੇ ਲਿਖਿਆ ਹਉ ਪੂਤ ਤੇਰਾ ਤੂੰ ਬਾਪ ਮੇਰਾ।
3 ਸਾਲ ਦਾ ਬੱਚਾ ਹੈ, ਕਹਿੰਦੇ ਇਹਦੇ ਤੇ ਲਿਖਿਆ ਹੋਂ ਪੂਤ ਤੇਰਾ ਤੂੰ ਬਾਪ ਮੇਰਾ। ਉਹ ਖੁਦ ਕਹਿੰਦੇ ਹੁੰਦੇ ਨੇ, ਅੱਜ ਪਹੁੰਚੇ ਨਹੀਂ ਇੱਥੇ ਇਸ ਵੇਲੇ, ਉੱਥੇ ਵੀ ਸਮਾਗਮ ਚੱਲ ਰਿਹਾ ਉਹਨਾਂ ਦੇ। ਉਹ ਕਹਿੰਦੇ ਕਿ ਮੇਰੀ 55 ਸਾਲ ਉਮਰ ਹੋ ਗਈ ਹੈ, ਮੈਨੂੰ ਇਸ ਗੁਰਬਾਣੀ ਦੀ ਪੰਕਤੀ ਦਾ ਪਤਾ ਨਹੀਂ ਸੀ, ਤੇ ਮੇਰੇ 3 ਸਾਲ ਦੇ ਪੋਤਰੇ ਨੂੰ ਇਹ ਪਤਾ ਲੱਗ ਗਿਆ। ਤੇ ਉਹ ਪੋਤਰਾ ਕੀ ਕਰਦਾ, ਇੱਥੋਂ ਡੰਡਾ ਫੜ ਗਿਆ ਝੰਡੇ ਦਾ ਤੇ ਘਰ ਦੇ ਵਿੱਚ ਘੁੰਮੀ ਜਾਂਦਾ, ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਹੋਂ ਪੂਤ ਤੇਰਾ ਤੂੰ ਬਾਪ ਮੇਰਾ। ਉਹ ਇਸੇ ਗੱਲ ਦਾ ਸਿਮਰਨ ਕਰੀ ਜਾਣ ਡਿਆ। ਤੁਸੀਂ ਵੇਖੋ, ਜਿਹਨੂੰ 3 ਸਾਲ ਦੀ ਉਮਰ 'ਚ ਇਹ ਪਤਾ ਲੱਗ ਗਿਆ, ਉਹ ਵੱਡਾ ਹੋ ਕੇ ਕੀ ਬਣੇਗਾ। ਕਿੱਡੀ ਵੱਡੀ ਬਖਸ਼ਿਸ਼ ਹੈ ਇਹ। ਨਾਤਾ ਹੈ ਸਾਡਾ, ਪੱਕਾ ਨਾਤਾ ਹੈ, ਸਦੀਆਂ ਤੋਂ ਸਾਡਾ ਨਾਤਾ ਹੈ, ਹੋਂ ਪੂਤ ਤੇਰਾ ਤੂੰ ਬਾਪ ਮੇਰਾ। ਤੇ ਇੱਥੇ ਨਗਰ ਸੀ, ਮੈਨੂੰ ਬੇਣੀਵਾਲ ਕੇ ਇੱਦਾਂ ਦਾ ਨਾਂ ਸੀ, ਹਾਂ ਬੀਨੇਵਾਲ ਕੇ। ਉੱਥੇ ਜਦੋਂ ਅਸੀਂ ਗਏ ਨਾ, ਤੇ ਇੱਥੇ ਤਾਂ ਅੰਮ੍ਰਿਤ ਵੇਲੇ ਦਾ ਦੀਵਾਨ ਹੈ ਨਾ, ਬੱਚੇ 2-4 ਹੀ ਆਏ ਨੇ। ਉਹ ਦਿਨ ਦਾ ਦੀਵਾਨ ਸੀ, ਬੱਚੇ ਕਾਫੀ ਆਏ ਸੀ। ਤੇ ਜਦੋਂ ਅਸੀਂ ਝੰਡੇ ਵੰਡ ਦਿੱਤੇ, ਤੇ ਉਦੋਂ ਬਾਅਦ ਥੋੜ੍ਹਾ ਸਮਾਂ ਅਸੀਂ ਉੱਥੇ ਨਗਰ 'ਚ ਸੀਗੇ, ਕਿਸੇ ਦੇ ਘਰੇ ਬੈਠੇ। ਤੇ ਅਸੀਂ ਗਲੀ 'ਚ ਬਾਹਰ ਜਦੋਂ ਆਏ, ਤੇ 2 ਬੱਚਿਆਂ ਨੇ ਆਪਣੇ ਸਾਈਕਲਾਂ ਦੇ ਉੱਤੇ ਨਾ ਉਹ ਹੈਂਡਲ ਜਿਹੜਾ ਹੁੰਦਾ ਉਹਦੇ ਨਾਲ ਝੰਡਾ ਬੰਨਿਆ, ਇੱਕ ਉੱਤੋਂ ਇੱਕ ਥੱਲਿਓਂ। ਤੇ ਉਹ ਗਲੀਆਂ 'ਚ ਬੜੀ ਦੂਰ ਦੂਰ ਘੁਮਾਈ ਜਾਣ, ਤੇ ਝੰਡੇ ਇੱਦਾਂ ਝੂਲਣ। ਤੇ ਸਾਡੇ ਮਨ 'ਚ ਆਇਆ ਕਿ ਗੁਰੂ ਕਲਗੀਧਰ ਪਾਤਸ਼ਾਹ ਦੀ ਮਿਹਰ ਹੋ ਗਈ, ਜਦੋਂ ਸਾਡੇ ਬੱਚੇ ਇਹ ਝੰਡਾ ਲੈ ਕੇ ਚੱਲ ਪੈਣਗੇ ਨਾ, ਤੇ ਫਿਰ ਬੱਚਿਆਂ ਦੇ ਵਿੱਚ ਇਹ ਵੀ ਤਾਕਤ ਹੁੰਦੀ ਹੈ। ਜੇ ਅਸੀਂ ਕਿਤੇ ਵੇਸਲੇ ਹੋਵਾਂਗੇ ਨੇ, ਉਹਨਾਂ ਨੇ ਕਹਿਣਾ ਉਹ ਪਾਪਾ ਇੱਥੇ ਕੀ ਵਿਹਲੇ ਬੈਠੇ ਹੋ, ਚਲੋ ਗੁਰੂ ਸਾਹਿਬ ਦੇ ਕੋਲ ਚਲੀਏ। ਜਦੋਂ ਸਾਡੇ ਮਨ 'ਚ ਇਹ ਭਾਵਨਾ ਆ ਜਾਏਗੀ ਨਾ, ਇਸ ਗੁਰੂ ਸਾਹਿਬ ਕੋਲ ਜਾਣਾ, ਮੱਥਾ ਟੇਕਣ ਨਹੀਂ ਸਿਰਫ ਆਉਣਾ, ਮੱਥਾ ਟੇਕਣਾ ਸਾਡੀ ਇੱਕ ਕਿਰਿਆ। ਅਸੀਂ ਆਉਣਾ ਕਿਹਦੇ ਕੋਲ ਹੈ? ਗੁਰੂ ਸਾਹਿਬ ਕੋਲ। ਉਸ ਗੁਰੂ ਸਾਹਿਬ ਕੋਲ ਆਉਣਾ ਹੈ। ਸਾਡੇ ਗੁਰੂਆਂ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਸਾਨੂੰ ਸਾਰਿਆਂ ਨੂੰ ਵੱਧ ਪ੍ਰੇਮ ਹੈ। ਇਸ ਸਾਰੇ ਇਲਾਕੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ। ਤੇ ਉਹਨਾਂ ਨੇ ਸਾਨੂੰ ਕਿਹਦੇ ਲੜ ਲਾਇਆ ਸੀ? ਸਭ ਸਿੱਖਨ ਕੋ ਹੁਕਮ ਹੈ, ਸਭ ਸਿੱਖਨ ਕੋ ਹੁਕਮ ਹੈ, ਸਭ ਸਿੱਖਨ ਕੋ ਹੁਕਮ ਹੈ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, 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 ਗੁਰੂ ਮਾਨਿਓ ਗ੍ਰੰਥ। ਸੋ ਗੁਰੂ ਕੀ ਸੰਗਤ ਤੇ ਗੁਰੂਆਂ ਦੇ ਗੁਰੂ ਨੇ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਮਸਕਾਰ ਕਰਕੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਸੀ। ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਪਾਂ ਪ੍ਰਤੱਖ ਕਰਕੇ ਮੰਨਣਾ ਹੈ। ਪ੍ਰਤੱਖ ਕਰਕੇ ਮੰਨਾਂਗੇ ਨਾ, ਤੇ ਸਾਡੇ ਨਾਲ ਪ੍ਰਤੱਖ ਹੀ ਵਰਤਣਗੇ। ਜਿਹੜਾ ਜਿੱਦਾਂ ਦਾ ਕਿਸੇ ਨਾਲ ਨਾਤਾ ਬਣਾ ਲੈਂਦਾ, ਉੱਦਾਂ ਦਾ ਹੀ ਵਰਤਦਾ ਹੈ ਗੁਰੂ। ਸਤਿਗੁਰ ਨੂੰ ਜਿਹਾ ਕੋਈ ਇੱਛਦਾ ਤਿਹਾ ਫਲ ਪਾਵੈ ਕੋਏ। ਸੋ ਬੜੀ ਖੁਸ਼ੀ ਹੈ ਇਸ ਨਗਰ ਦੇ ਵਿੱਚ ਆ ਕੇ, ਤੇ ਸਾਰੇ ਨਗਰ ਨੂੰ ਸਤਿਗੁਰਾਂ ਨੇ ਖੁਸ਼ੀਆਂ ਬਖਸ਼ੀਆਂ ਨੇ। ਤੇ ਸਤਿਗੁਰ ਸਭ ਦੀਆਂ ਝੋਲੀਆਂ ਭਰਨ। ਜਦੋਂ ਅਗਲੀ ਵਾਰੀ ਆਏ ਨਾ, ਤੁਹਾਡੇ ਨਗਰ 'ਚ ਸੇਵਾ ਲੱਗੀ ਹੋਈ ਨਾ, ਫਿਰ ਸਾਰਿਆਂ ਦੀਆਂ ਖੁੱਲ੍ਹੀਆਂ ਅਰਦਾਸਾਂ ਕਰਾਂਗੇ। ਸਤਿਗੁਰ ਸੱਚੇ ਪਾਤਸ਼ਾਹ, ਵੇਖੋ ਗੁਰੂ ਕਲਗੀਧਰ ਪਾਤਸ਼ਾਹ, ਘਰ ਤਾਂ ਤੇਰਾ ਹੈ, ਸਭ ਕੁਛ ਹੈ, ਕੋਈ ਐਸੀ ਦਾਤ ਨਹੀਂ ਜਿਹੜੀ ਉਹਦੇ ਘਰ ਨਹੀਂ ਹੈਗੀ, ਕੁਛ ਵੀ। ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਨਾ ਕਿਸੇ ਸ਼ਰਧਾਲੂ ਨੇ ਜਾ ਕੇ ਪੁੱਛਿਆ, ਕਹਿੰਦੇ ਵੀ ਬਾਬਾ ਜੀ ਗੁਰੂ ਨਾਨਕ ਸਾਹਿਬ ਕੀ ਕਰ ਸਕਦੇ ਨੇ? ਬਾਬਾ ਜੀ ਕਹਿੰਦੇ ਵੀ ਸਵਾਲ ਠੀਕ ਨਹੀਂ ਗਾ, ਇਹ ਦੱਸਣ ਲੱਗ ਪਏ ਨੇ ਤੇ ਬੜਾ ਟਾਈਮ ਲੱਗ ਜਾਣਾ। ਅਸੀਂ ਤੈਨੂੰ ਸਵਾਲ ਕਰ ਦਿੰਦੇ ਹਾਂ, ਅਸੀਂ ਤੈਨੂੰ ਸਵਾਲ ਦੱਸ ਦਿੰਦੇ, ਤੂੰ ਇਹ ਪੁੱਛ ਲਾ ਵੀ ਗੁਰੂ ਨਾਨਕ ਸਾਹਿਬ ਕੀ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਕੀ ਨਹੀਂ ਕਰ ਸਕਦੇ? ਉਹ ਸਭ ਕੁਛ ਕਰ ਸਕਦੇ ਨੇ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਹਰ ਕੰਮ ਕਾਦਰੇ ਹਰ ਕਾਰ, ਹਰ ਕਾਰਜ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਕਰ ਸਕਦੇ ਨੇ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਹਦਾ ਕੋਈ ਯਾਰ ਨਹੀਂ ਨਾ ਬਣਦਾ, ਉਹ ਗਰੀਬਾਂ ਦਾ ਯਾਰ ਹੈ। ਮੇਰਾ ਗੁਰੂ ਗਰੀਬਾਂ ਦਾ ਯਾਰ ਹੈ, ਉਹ ਸਭ ਦਾ ਯਾਰ ਹੈ। ਅਸੀਂ ਉਸ ਗੁਰੂ ਦੇ ਬੱਚੇ ਹਾਂ। ਮਾਣ ਕਰਿਆ ਕਰੋ, ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਆਪਣੇ ਪ੍ਰੀਤਮ ਪਿਆਰੇ ਤੇ ਮਾਣ ਕਰਕੇ ਨਾ, ਉਹ ਗੁਰੂ ਵੱਲ ਮੁੱਖ ਕਰਕੇ ਸਿੱਖ ਕੁਝ ਵੀ ਬੋਲਦੇ, ਗੁਰੂ ਪੂਰੀਆਂ ਕਰ ਦਿੰਦਾ। ਉਹ ਇੱਥੇ ਤਾਂ ਗੁਰੂ ਦੇ ਸੇਵਕਾਂ ਨੇ ਪਾਥੀਆਂ ਦੇ ਵੱਟੇ ਪੁੱਤ ਵੰਡੇ ਸੀ। ਭਾਈ ਬਹਿਲੋ ਨੇ
ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਸੇਵਾ ਮਿਲ ਗਈ, ਪਾਥੀਆਂ ਚਾਹੀਦੀਆਂ ਸੀ ਗੁਰੂ ਕੀ ਸੇਵਾ ਦੇ ਵਾਸਤੇ, ਤੇ ਉੱਥੇ ਵੀ ਗੁਰੂ ਨੇ ਫਿਰ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ, ਐਸੇ ਸਤਿਗੁਰਾਂ ਦੀ ਆਪਾਂ ਮਿਹਰ ਬਖਸ਼ਿਸ਼ ਮਾਣਦੇ ਪਏ ਹਾਂ। ਸੋ ਜੇ ਕੋਈ ਅਜੇ ਵੀ ਰਹਿ ਗਿਆ ਤੇ ਜੇ ਕਿਸੇ ਨੇ ਬੱਚੇ ਵਾਸਤੇ ਵੱਖਰਾ ਖੜਨਾ ਜਾਂ ਗੱਡੀ ਵਾਸਤੇ ਵੱਖਰਾ ਖੜਨਾ, ਉਹ ਵੀ ਲਿਜਾ ਸਕਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਜੋ ਅੱਠੇ ਪਹਿਰ ਟਹਿਰ ਲਹਿਰ ਸੇਵਾ ਹੈ, ਇਹ ਬਿਲਕੁਲ ਸਾਧ ਸੰਗਤ ਜੀ ਨਿਸ਼ਕਾਮ ਸੇਵਾ ਹੈ। ਕਿਸੇ ਤੋਂ ਕੁਝ ਨਹੀਂ ਲਿਆ ਜਾਂਦਾ। ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਕਿ ਗੁਰੂ ਘਰ ਦਾ ਵੀ ਕੋਈ ਖਰਚਾ ਨਾ ਹੋਵੇ। ਸੋ ਬੜੇ ਪਿਆਰ ਵਾਲੇ ਸਿੰਘ ਜੋ ਭਾਈ ਸਾਹਿਬ ਭਾਈ ਬਹਾਦਰ ਸਿੰਘ ਜੀ, ਜੋ ਆਪ ਜੀ ਦੇ ਨਗਰ ਦੇ ਗੋਦਾ ਸਾਹਿਬ ਦੇ ਪ੍ਰਧਾਨ ਹਨ, ਸੋ ਉਹ ਭਾਈ ਸਾਹਿਬ ਜੀ ਨੂੰ ਸਿਰੋਪਾਓ ਭੇਟ ਕਰਨਗੇ। ਸੋ ਭਾਈ ਸਾਹਿਬ ਜੀ ਨੂੰ ਬੇਨਤੀ ਹੈ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਸਾਧ ਸੰਗਤ ਜੀ, ਇਹ ਜੋ ਸੇਵਾ ਆਪ ਜੀਆਂ ਨੇ ਹੁਣ ਲਈ ਹੈ, ਇਹ ਆਪਾਂ ਅੱਜ ਸ਼ਾਮ ਤੋਂ ਹੀ ਸ਼ੁਰੂ ਕਰ ਦੇਣੀ ਹੈ, ਜਾਂ ਹੁਣ ਤੋਂ ਹੀ ਸ਼ੁਰੂ ਕਰ ਦਿਓ। ਜਿਨ੍ਹਾਂ ਨੇ ਸੇਵਾ ਸ਼ੁਰੂ ਕਰਨੀ ਹੈ ਉਹ ਹੁਣ ਤੋਂ ਹੀ ਸ਼ੁਰੂ ਕਰ ਦਿਓ, ਕਿਉਂਕਿ ਜੇ ਹੁਣੇ ਹੀ ਆਪਾਂ ਥੋੜ੍ਹੇ ਢਿੱਲੇ ਪੈ ਗਏ ਇੱਥੋਂ ਜਾਣ ਤੋਂ ਬਾਅਦ ਸੋਚਾਂਗੇ ਕੱਲ੍ਹ ਕਰਾਂਗੇ ਪਰਸੋਂ ਕਰਾਂਗੇ, ਫਿਰ ਇਹ ਅੱਗੇ ਨਿਕਲ ਜਾਣੀ ਹੈ। ਸੋ ਅੱਜ ਤੋਂ ਹੀ ਹੁਣ ਤੋਂ ਹੀ ਆਪਾਂ ਇਹ ਸੇਵਾ ਸਟਾਰਟ ਕਰ ਦੇਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਕੀ ਸੰਗਤ, ਇਤਿਹਾਸਕ ਗੁਰੂ ਅਸਥਾਨ ਬਾਣਗੜ੍ਹ ਸਾਹਿਬ, ਮੈਨੂੰ ਯਾਦ ਆ ਗਈ ਗੱਲ ਹੁਣੇ ਖੜੇ ਖੜੇ ਜਦੋਂ ਅਸੀਂ ਝੰਡੇ ਵੰਡਣ ਲੱਗੇ ਨਾ, ਸ਼ਾਮ ਦਾ ਦੀਵਾਨ ਸੀ ਉੱਥੇ, ਅਤੇ ਐਡੀ ਕੁ ਬੱਚੀ ਜਿੰਨੀਆਂ ਸਾਹਮਣੇ ਬੈਠੀ ਆ ਨਾ, ਜਦੋਂ ਸਿੰਘਾਂ ਨੇ ਪਹਿਲਾਂ ਝੰਡੇ ਲੈ ਲਏ, ਬੀਬੀਆਂ ਵੱਲੋਂ ਸਭ ਤੋਂ ਪਹਿਲਾਂ ਉੱਠ ਕੇ ਆਈ ਅਤੇ ਮੈਂ ਉਹਨੂੰ ਪੁੱਛਿਆ ਤੇਰਾ ਨਾਂ ਕੀ ਹੈ? ਕਹਿੰਦੀ ਮੇਰਾ ਨਾਂ ਸ੍ਰਿਸ਼ਟੀ। ਮੈਂ ਕਿਹਾ ਜਦੋਂ ਸ੍ਰਿਸ਼ਟੀ ਆ ਗਈ ਫਿਰ ਪਿੱਛੇ ਕੋਈ ਰਹਿ ਗਿਆ? ਉਹ ਫਿਰ ਉਦੋਂ ਬਾਅਦ ਸਾਰੇ ਹੀ ਆ ਗਏ। ਅਤੇ ਜਦੋਂ ਅਸੀਂ ਗੁਰੂ ਘਰ ਤੋਂ ਬਾਹਰ ਨਿਕਲੇ ਨੇ ਅਤੇ ਉਹਦੇ ਫਾਦਰ ਸਾਹਿਬ ਨਾਲ ਆਏ, ਅਤੇ ਉਹ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀ ਸੀ। ਉਹਦੇ ਫਾਦਰ ਸਾਹਿਬ ਵੀ ਕਹਿੰਦੇ ਅਸੀਂ ਇਹ ਝੰਡਾ ਹੁਣ ਆਪਣੇ ਘਰ ਦੇ ਉੱਤੇ ਲਾਉਣਾ। ਸੋ ਇਹ ਸਾਰਿਆਂ ਦੇ ਸਾਂਝੇ ਨੇ, ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਨੇ। ਇਹ ਸੱਚ ਹੈ, ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਇਹ 100% ਕਹਿੰਦਾ, ਮੈਂ ਕਹਿੰਦਾ 200% ਸੱਚ ਹੈ। ਇਹ ਸਾਰੇ ਹੀ ਸੰਸਕਾਰ ਚਾਹੁੰਦੇ ਨੇ। ਨੰਗਲ ਅਸੀਂ ਦੁਬਾਰਾ ਪਿੱਛੇ ਗਏ, ਉੱਥੇ ਇੱਕ ਡਾਕਟਰ ਸਾਹਿਬ ਨੇ ਜਿਹੜੇ ਰਿਟਾਇਰ ਹੋਏ ਹਰਿਆਣੇ ਤੋਂ, ਉਹਨਾਂ ਨੇ ਸਹਿਜ ਪਾਠ ਆਰੰਭ ਕਰਵਾਇਆ ਹੋਇਆ ਸੀ। 5 ਮਹੀਨੇ ਤੋਂ ਸਹਿਜ ਪਾਠ ਆਰੰਭ ਕਰਾ ਕੇ ਭੋਗ ਪਵਾਏ। ਉੱਥੇ ਅਸੀਂ ਸਭ ਤੋਂ ਪਹਿਲਾਂ ਝੰਡਾ ਉਹਨਾਂ ਨੂੰ ਦਿੱਤਾ। ਉਹ ਚਾਹੇ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਨੇ, ਪਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਭ ਦਾ ਪਿਆਰ ਹੈ। ਸੋ ਇਹ ਪਿਆਰ ਜਿਹੜਾ ਨਾ ਆਪਾਂ ਪੱਕਿਆਂ ਕਰਨਾ ਹੈ। ਇਹ ਸਾਨੂੰ ਸੇਵਾ ਕੀ ਮਿਲੀ ਹੈ? ਇਹ ਜਿਹਦੇ ਮਨ 'ਚ ਥੋੜ੍ਹਾ ਜਿਹਾ ਵੀ ਪਿਆਰ ਹੈ ਨਾ, ਵੇਖੋ ਅੰਦਰ ਸ਼ਰਧਾ ਅਤੇ ਭਾਵਨਾ ਅਤੇ ਸੇਵਾ ਦੀ ਭਾਵਨਾ ਹਰ ਕਿਸੇ 'ਚ ਮੌਜੂਦ ਆ। ਤੇਲ ਜਿਹੜੀ ਹੈ ਉਹ ਸਾਡੀ ਸ਼ਰਧਾ ਆ, ਅਤੇ ਵੱਟੀ ਜਿਹੜੀ ਉਹ ਸਾਡੀ ਸੇਵਾ ਦੀ ਭਾਵਨਾ ਹੈ। ਅਤੇ ਅਸੀਂ ਤਾਂ ਉਹਦੇ ਲਾਗੇ ਆਪਣੀ ਭਾਵਨਾ ਜਦੋਂ ਖੜਾਂਗੇ ਨਾ, ਤਾਂ ਉਹਦਾ ਵੀ ਦੀਪ ਜਗ ਪੈਣਾ। ਇਹ ਦੀਵੇ ਦੇ ਨਾਲ ਦੀਵਾ ਜਗ ਕੇ ਅੱਠੇ ਪਹਿਰ ਟਹਿਲ ਸੇਵਾ ਲਹਿਰ ਬਣ ਜਾਣੀ ਹੈ। ਸੋ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ, ਜੋ 2 ਮਿੰਟ ਵਾਸਤੇ ਆ ਕੇ ਸੰਗਤਾਂ ਦੇ ਸਨਮੁਖ ਹੋਣ। ਜੇ ਉਹ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਪ੍ਰਧਾਨ ਸਾਹਿਬ ਸਰਦਾਰ ਬਹਾਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਧੰਨਵਾਦੀ ਹੈ ਆਪਣੇ ਸਿੰਘ ਸਾਹਿਬਾਨਾਂ ਦੇ, ਔਰ ਬਾਹਰੋਂ ਆਈ ਸੰਗਤ ਦੇ, ਔਰ ਆਪਣੀ ਸੰਗਤ ਦੇ, ਜਿਨ੍ਹਾਂ ਨੇ ਕਿ ਬਹੁਤ ਜ਼ਿਆਦਾ ਬੜਾ ਉਪਰਾਲਾ ਕੀਤਾ ਹੈ, ਔਰ ਸਾਡੇ ਜੋ ਸੰਗਤ ਹੈ ਉਹਨਾਂ ਨੂੰ ਕਾਫੀ ਸਿੱਖਿਆ ਦਿੱਤੀ ਹੈ। ਅਸੀਂ ਬਹੁਤ ਬਹੁਤ ਸਿੰਘ ਸਾਹਿਬਾਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।